Hello everyone, welcome back to the online classes Government Senior Secondary Smart School Kulriya. Dear students, we have already completed a complete series in all forms. Change the voice. And we have explained active passives in some mixed bags also. Today we are starting the next series from our English grammar, that is narration. Narration means direct and indirect speech. Dear students, ਅਸੀਂ ਇਹ ਗੱਲ ਨੂੰ ਦੇਖਦੇ ਹਾਂ ਕਿ ਹਰ ਇੱਕ ਕਲਾਸ ਦੇ ਵਿੱਚ ਐਂਡ ਆਲ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਚੇਂਜ ਦਾ ਵੌਇਸ ਐਂਡ ਚੇਂਜ ਦਾ ਨਰੇਸ਼ਨ ਦੋਨੋਂ ਇਕੁਅਲ ਵੇਟੇਜ ਨਾਲ ਆਉਂਦੇ ਨੇ। ਸੋ ਇਸ ਕਰਕੇ ਅਸੀਂ ਐਕਟਿਵ ਪੈਸਿਵ ਤੋਂ ਬਾਅਦ ਉਹਦੇ ਇਕੁਅਲ ਵੇਟੇਜ ਵਾਲੀ ਨਰੇਸ਼ਨ ਐਂਡ ਇਟਸ ਅਦਰ ਨੇਮ ਇਜ਼ ਡਾਇਰੈਕਟ ਐਂਡ ਇਨਡਾਇਰੈਕਟ ਸਪੀਚ ਅੱਜ ਕਰਦੇ ਹਾਂ। ਮੇ ਬੀ ਜੋ ਮੇਰਾ ਐਕਸਪੀਰੀਅੰਸ ਇਹ ਗੱਲ ਦੱਸਦਾ ਹੈ ਕਿ ਸਟੂਡੈਂਟਸ ਨੂੰ ਚੇਂਜ ਦਾ ਵੌਇਸ ਦੇ ਵਿੱਚ ਕਾਫੀ ਹੱਦ ਤੱਕ ਉਹ ਕੰਫਰਟੇਬਲ ਫੀਲ ਕਰਦੇ ਨੇ on an average number, but in case of direct and indirect speech बहुत सारे स्टूडेंट्स कन्फ्यूज हो जाते हैं, उन्होंने मिसटेक्स ज़्यादा डायरैक्ट एंड इनडायरैक्ट स्पीच दे विच हुंदियां ने। ये मेरा पिछला एक्सपीरियंस दसदा है। आई थिंक सो तुहाडे नाल भी इस तरह हुंदा होएगा, बट अज असीं जो इन्हां सीरीज़ ਦੇ ਵਿੱਚ ਅਸੀਂ ਨੈਕਸਟ ਕਰਾਂਗੇ ਨਰੇਸ਼ਨ ਨੂੰ ਡਾਇਰੈਕਟ ਐਂਡ ਇਨਡਾਇਰੈਕਟ ਨੂੰ, ਉਹਨੂੰ ਅਸੀਂ ਇੰਨੇ ਈਜ਼ੀ ਵੇ ਨਾਲ ਕਰਾਂਗੇ। ਮੈਂ ਤੁਹਾਡੇ ਲੈਵਲ ਤੇ ਜਾ ਕੇ ਹਰ ਇੱਕ ਗੱਲ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗਾ, ਤਾਂ ਤੁਹਾਨੂੰ ਉਹ ਜ਼ਰੂਰ ਹਰ ਹਾਲਤ ਦੇ ਵਿੱਚ ਸਮਝ ਲੱਗ ਜਾ ਕਰੇਗਾ। ਸੋ ਇਸ ਕਰਕੇ ਤੁਸੀਂ ਇਸ ਗੱਲ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਣਾ ਹੈ ਕਿ ਅਸੀਂ ਕਿਵੇਂ ਕਿਵੇਂ ਕਰ ਸਕਦੇ ਹਾਂ, ਕੀ ਕਰ ਸਕਦੇ ਹਾਂ। ਜਿੱਥੇ ਕਿਤੇ ਡਾਊਟ ਰਹਿੰਦਾ ਹੈ, ਡਾਊਟ ਕਿਉਂ ਰਹਿੰਦਾ ਹੈ? ਬਿਹਾਈਂਡ ਰੀਜ਼ਨ ਇਹ ਕਿ ਅਸੀਂ ਡਾਇਰੈਕਟਲੀ ਜਦੋਂ ਅਸੀਂ ਡਾਇਰੈਕਟ ਐਂਡ ਇਨਡਾਇਰੈਕਟ ਨੂੰ ਕਰਨ ਲੱਗ ਜਾਂਦੇ ਹਾਂ, ਉਹਦੇ ਰੂਲਸ ਨੂੰ ਅਸੀਂ ਰੱਟਾ ਲਗਾਉਣ ਲੱਗ ਜਾਂਦੇ ਹਾਂ, ਤਾਂ ਉਦੋਂ ਸਾਨੂੰ ਸੋ ਮੈਨੀ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਹੈਗਾ, ਮਿਸਟੇਕਸ ਜ਼ਿਆਦਾ ਹੁੰਦੀਆਂ ਨੇਗੀਆਂ। ਸੋ ਜੋ ਵੀ ਅਸੀਂ ਨੇ ਕਰਨਾ ਹੈ ਉਸ ਨੂੰ ਪਹਿਲਾਂ ਅਸੀਂ ਡੀਪਲੀ ਉਸ ਦੀ ਡੈਫੀਨੇਸ਼ਨ ਤੋਂ ਸਟਾਰਟ ਕਰਨਾ ਹੈ, ਫੁੱਲੀ ਐਕਸਪਲੇਨੇਸ਼ਨ ਤੋਂ ਸਟਾਰਟ ਕਰਨਾ ਹੈ। ਸੋ ਅੱਜ ਅਸੀਂ ਇੰਟਰੋਡਕਸ਼ਨ ਦੇ ਵਿੱਚ ਜੋ ਇਹ ਲੈਕਚਰ ਹੈਗਾ, ਇਸ ਦੇ ਵਿੱਚ ਅਸੀਂ ਡਾਇਰੈਕਟ ਐਂਡ ਇਨਡਾਇਰੈਕਟ ਸਪੀਚ ਕਿਸ ਨੂੰ ਕਿਹਾ ਜਾਂਦਾ ਹੈ, ਅਸੀਂ ਉਸ ਦੇ ਬਾਰੇ ਵਿੱਚ ਗੱਲ ਕਰਾਂਗੇ। ਫਸਟ ਆਫ ਆਲ ਡਾਇਰੈਕਟ ਸਪੀਚ। ਸਪੀਚ ਵਰਡ ਤੋਂ ਸਾਨੂੰ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਜਦੋਂ ਇਹ ਡਾਇਲੌਗ ਦੀ ਫਾਰਮ ਦੇ ਵਿੱਚ ਹੁੰਦੀ ਹੈ। ਡਾਇਲੌਗ ਮੀਨਸ ਕਿ ਹਮੇਸ਼ਾ ਡਾਇਲੌਗ ਮੋਰ ਦੈਨ ਵਨ ਪਰਸਨਸ ਦੇ ਵਿਚਕਾਰ ਹੁੰਦਾ ਹੈ। ਇੱਕ ਵਿਅਕਤੀ ਜਦ ਤਾਂ ਦੂਸਰੇ ਨੂੰ, ਜਾਂ ਇੱਕ ਵਿਅਕਤੀ ਜਾਂ ਦੂਸਰਿਆਂ ਨੂੰ ਜਦੋਂ ਕੋਈ ਗੱਲ ਡਾਇਰੈਕਟ ਕਹਿੰਦਾ ਹੈ, ਜਦੋਂ ਕੋਈ ਗੱਲ ਡਾਇਰੈਕਟ ਉਹ ਬੋਲਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਡਾਇਰੈਕਟ ਸਪੀਚ। ਤੁਸੀਂ ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ ਵੀ, ਲੈਂਗੁਏਜ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਸਿਮਿਲਰ ਹੈ। ਉੱਥੇ ਅਸੀਂ ਕਹਿ ਦਿੰਦੇ ਹਾਂ ਕਿ ਉਹ ਸ਼ਬਦ ਜਾਂ ਉਹ ਸੈਂਟੈਂਸ ਜਾਂ ਉਹ ਪਾਰਟਸ ਲਾਈਨ ਦੇ ਜਿਨ੍ਹਾਂ ਨੂੰ ਅਸੀਂ ਇਨਵਾਈਟਡ ਕੌਮਾਸ ਦੇ ਵਿਚਕਾਰ ਰੱਖਿਆ ਹੋਇਆ ਹੁੰਦਾ ਹੈ, ਉਹ ਕੀ ਹੁੰਦੇ ਹਨ? ਉਹ ਕਿਸੇ ਵਿਅਕਤੀ ਦੇ ਡਾਇਲੌਗ ਹੁੰਦੇ ਹਨ। ਦੂਸਰੇ ਵਿਅਕਤੀ ਨੂੰ ਕਹੀ ਗਈ ਗੱਲ ਹੁੰਦੀ ਹੈ, ਬੋਲੀ ਗਈ ਗੱਲ ਹੁੰਦੀ ਹੈ, ਜੋ ਉਸਨੇ ਸਪੀਚ ਕੀਤਾ, ਸਪੀਚ ਦਿੱਤੀ ਹੈ, ਉਹ ਹੁੰਦੀ ਹੈ, ਉਸ ਨੂੰ ਅਸੀਂ ਇਨਵਾਈਟਡ ਕੌਮਾਸ ਦੇ ਵਿੱਚ ਰੱਖਦੇ ਹਾਂ। सो इस करके डायरैक्ट एंड इनडायरैक्ट के बारे में क्लीयर होना चाहिए है। डायरैक्ट स्पीच असीं कहने अगे
कि इन बिटवीन मोर दैन वन परसन, मोर दैन वन मीनस बिटवीन टू परसनस और मोर दैन टू परसनस, ਜਦੋਂ ਇੱਕ ਦੂਸਰੇ ਨੂੰ ਕੋਈ ਗੱਲਬਾਤ ਡਾਇਰੈਕਟ ਕਹਿੰਦਾ ਹੈ ਉਦੋਂ ਅਸੀਂ ਦੇਖਦੇ ਹਾਂ ਕਿ ਅਸੀਂ ਉਸ ਨੂੰ ਇਨਵਾਈਟਡ ਕੋਮਾਸ ਦੇ ਵਿੱਚ ਰੱਖਦੇ ਹਾਂ, ਦੈਟ ਇਜ਼ ਅ ਡਾਇਰੈਕਟ ਸਪੀਚ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਇਸ ਨੂੰ ਹੋਰ ਜ਼ਿਆਦਾ ਅਸੀਂ ਐਕਸਪਲੇਨ ਕਰਾਂਗੇ, ਬਟ ਫਸਟ ਆਫ ਆਲ ਅਸੀਂ ਦੋਨਾਂ ਦੀ ਡੈਫੀਨੇਸ਼ਨ ਕੀ ਹੈ ਉਸ ਨੂੰ ਦੇਖਦੇ ਹਾਂ। ਨਾਓ ਕਮ ਔਨ ਦਾ ਇਨਡਾਇਰੈਕਟ ਸਪੀਚ। ਇਨਡਾਇਰੈਕਟ ਕੀ ਹੁੰਦਾ ਹੈ, ਉਸ ਨੂੰ ਅਸੀਂ ਕੀ ਕਹਾਂਗੇ ਕਿ ਜਦੋਂ ਅਸੀਂ ਕਿਸੇ ਇੱਕ ਵਿਅਕਤੀ ਦੀ ਗੱਲ ਨੂੰ ਟੇਢੇ ਢੰਗ ਦੇ ਨਾਲ, ਇਨਡਾਇਰੈਕਟ ਮੈਥਡ ਨਾਲ, ਵਿਦਾਊਟ ਇਨਵਾਈਟਡ ਕੋਮਾਸ ਅਸੀਂ ਕਰਦੇ ਹਾਂ। ਮੈਂ ਫਿਰ ਦੱਸਾਂ, ਇੱਥੇ ਵਰਡਸ ਤੋਂ ਬੜਾ ਕਲੀਅਰ ਹੈ। ਡਾਇਰੈਕਟ ਮੀਨਸ ਇੱਕ ਵਿਅਕਤੀ ਨੇ ਦੂਸਰੇ ਨੂੰ ਕੋਈ ਗੱਲ ਕਹੀ ਇਨ ਡਾਇਲੋਗ ਫਾਰਮ, ਇੱਕ ਤੋਂ ਜ਼ਿਆਦਾ ਵਿਅਕਤੀ ਨੂੰ ਕਹੀ, ਉਸ ਨੂੰ ਅਸੀਂ ਕਹਿੰਦੇ ਕਿ ਜਿਵੇਂ ਮੈਂ ਮੰਨ ਲਓ ਇੱਥੇ ਤੁਹਾਡੇ ਨਾਲ ਗੱਲ ਕਰਦਾ ਹਾਂ ਵੀ ਉਸਨੇ ਮੈਨੂੰ ਕਿਹਾ ਮੈਂ ਸਵਾਲ ਨਹੀਂ ਕੱਢਾਂਗਾ, ਉਸਨੇ ਮੈਨੂੰ ਕਿਹਾ, ਇਹਨੂੰ ਛੱਡ ਕੇ ਮੈਂ ਸਵਾਲ ਨਹੀਂ ਕੱਢਾਂਗਾ। ਇਹ ਕੀ ਹੈ? ਮੈਂ ਸਵਾਲ ਨਹੀਂ ਕੱਢਾਂਗਾ, ਇਹ ਹੈ ਸਾਡੇ ਕੋਲੇ ਉਸ ਦਾ ਡਾਇਲੋਗ ਬੋਲਿਆ ਹੋਇਆ। ਇਸ ਨੂੰ ਅਸੀਂ ਇਨਵਾਈਟਡ ਕੋਮਾਸ ਦੇ ਵਿੱਚ ਰੱਖਾਂਗੇ ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਡਾਇਰੈਕਟ ਸਪੀਚ। ਤੇ ਇਨਡਾਇਰੈਕਟ ਅਸੀਂ ਇਸ ਨੂੰ ਦੋਨਾਂ ਨੂੰ ਐਕਸਪਲੇਨ ਕਰਦੇ ਹਾਂ। ਹੁਣ ਇੱਕ ਐਗਜ਼ਾਮਪਲ ਵੀ ਅਸੀਂ ਇੱਥੇ ਲੈ ਕੇ ਚੱਲਦੇ ਹਾਂ ਤਾਂ ਕਿ ਤੁਹਾਨੂੰ ਐਗਜ਼ਾਮਪਲ ਦੇ ਨਾਲ ਜ਼ਿਆਦਾ ਕਲੀਅਰ ਹੋ ਸਕੇ। ਹੀ said to me, comma, invited commas, start, I am doing the sums. See here in example, he said to me, this portion of the sentence is not in invited commas, so it means ਇਸ ਨੂੰ ਜਦੋਂ ਅਸੀਂ ਇਸ ਮੀਨਿੰਗ ਦੇਖਦੇ ਹਾਂ, he said to me, ਉਸਨੇ ਮੈਨੂੰ ਕਿਹਾ, ਇਹ ਦੋ ਵਿਅਕਤੀ, ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ this is a dialogue between two persons, one is he, second is me, and ਉਸਨੇ ਕੀ ਕਿਹਾ, ਉਸ ਦਾ ਡਾਇਲੋਗ ਜੋ ਹੈ ਉਹ ਇਨਵਾਈਟਡ ਕੋਮਾਸ ਦੇ ਵਿੱਚ ਹੈ। ਇਸ ਨੂੰ ਅਸੀਂ ਕਹਿੰਦੇ ਹਾਂ ਕਿ ਉਸ ਦੇ ਬੋਲੇ ਹੋਏ ਸ਼ਬਦ ਹਨ, ਉਸ ਦੀ ਸਪੀਚ ਹੈ। ਇੱਥੋਂ ਹੀ ਇਸ ਦਾ ਨਾਮ ਧਰਿਆ ਗਿਆ ਹੈ ਡਾਇਰੈਕਟ ਸਪੀਚ। ਤੇ ਜਦੋਂ ਅਸੀਂ ਇਸ ਨੂੰ ਇਨਡਾਇਰੈਕਟ ਬਣਾਉਂਦੇ ਹਾਂ, ਦੇਖੋ ਸੀ ਇਹ ਹੈ ਇਸ ਦੀ ਡਾਇਰੈਕਟ ਫਾਰਮ, ਐਂਡ ਦੈਨ ਇਨਡਾਇਰੈਕਟ ਫਾਰਮ, ਹੀ ਟੋਲਡ ਮੀ ਡੈਟ, ਕੰਜੰਕਸ਼ਨ ਲੱਗੇਗਾ ਉਰੇ, he was doing the sums. मीनिंग सेम है, गलबात सेम है, बट इस दोनों च डिफरेंस मेजर भी है। कि मेजर डिफरेंस है कि यह गल डायरैक्ट कही गई है एक व्यक्ति ने दूसरे ਨੂੰ, इस असी ने इनडायरैक्ट डायलॉग वही है, गलबात वही है, बट असी उसनों इनडायरैक्ट वे नाल एक्सप्लेन किया है, कहा है। जो असी इनडायरैक्ट वे नाल करते हाँ तो मोस्ट प्रोबेबली सेंटेंसिस दे विच असी, क्योंकि दो पार्ट्स ने उपरले सेंटेंस दे, फस्ट पार्ट को असी ही सैड टू मी, असी इसनों आम तौर पर रिपोर्टिंग वर्ब कह दें, असी इसनों एक्सप्लेन भी करांगे। तो जो आ पोर्शन है आई एम डूइंग द सम्स, इसनों असी कहने कि रिपोर्टिंग स्पीच। सी हियर, he said to me, this is called the reporting verb। रिपोर्टिंग वर्ब, इनू रिपोर्टिंग वर्ब क्यों कहा जाता है? क्योंकि इत्थे जो सैड है, सैड रिप्रेजेंट करता है कि इसकी रिपोर्टिंग वर्ब केड़ी है। That is a verb, and second portion, this is the first portion, and second portion is I am
doing the sums, and this portion is known as, is called reporting speech. Students, ਇਹਨਾਂ ਦੋਨਾਂ ਦੀ ਜੋ ਨਾਮਕਰਨ ਹੈ, ਨਾਮ ਰੱਖਿਆ ਗਿਆ ਹੈ, ਉਸ ਨੂੰ ਲਰਨ ਕਰਨ ਦੇ ਰੱਟਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਉਸ ਨੂੰ ਜਦੋਂ ਅਸੀਂ ਕਰਾਂਗੇ ਸਾਨੂੰ ਕੋਈ ਦਿੱਕਤ ਨਹੀਂ ਆਏਗੀ, ਯਾਦ ਰੱਖਣ ਦੇ ਵਿੱਚ, ਲਰਨ ਕਰਨ ਦੇ ਵਿੱਚ ਬੜਾ ਈਜ਼ੀ ਹੈ। ਸੀ ਹੀਅਰ, ਇਸ ਦਾ ਨਾਮ ਰਿਪੋਰਟਿੰਗ ਸਪੀਚ ਕਿਉਂ ਪਿਆ? ਕਿਉਂਕਿ ਕਿਸੇ ਦਾ ਬੋਲਿਆ ਹੋਇਆ, ਕਿਸੇ ਦੀ ਕਹੀ ਹੋਈ ਗੱਲ, ਡਾਇਲੌਗ, ਸਪੀਕ, ਮੈਂ ਜੋ ਬੋਲਿਆ, ਮੈਂ ਜੋ ਸਪੀਚ ਦਿੱਤੀ, ਉਹ ਵਰਡਸ ਨੂੰ ਅਸੀਂ ਇਸ ਕਰਕੇ ਇਸ ਨੂੰ ਉਸਨੇ ਨਾਮ ਰੱਖ ਲਿਆ ਰਿਪੋਰਟਿੰਗ ਸਪੀਚ। ਤੇ ਜੋ ਇਸੇ ਪੋਰਸ਼ਨ ਦੇ ਵਿੱਚੋਂ ਵਰਬ ਰਿਪਰੈਜ਼ੈਂਟ ਕਰਦੀ ਹੈ ਉਸ ਨੂੰ ਅਸੀਂ ਬਣਾ ਲਿਆ। ਹੁਣ ਜੇ ਅਸੀਂ ਨਾ ਇਸ ਨੂੰ ਥੋੜ੍ਹਾ ਜਿਹਾ ਹੋਰ ਲੈਵਲ ਤੇ, ਲੋਅਰ ਲੈਵਲ ਤੇ ਜਾ ਕੇ ਇੱਕ ਰਟੀਫਿਕੇਸ਼ਨ ਵਾਲੇ ਮਾਮਲੇ ਦੇ ਵਿੱਚ ਲਰਨ ਕਰਨਾ ਹੋਵੇ, ਅਸੀਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਜੋ ਇਨਵਾਈਟਡ ਕੌਮਾਸ ਤੋਂ ਬਾਹਰ ਹੁੰਦਾ ਹੈ ਸੈਂਟੈਂਸ ਦਾ ਪੋਰਸ਼ਨ, ਦੈਟ ਇਜ਼ ਆ ਰਿਪੋਰਟਿੰਗ ਵਰਬ। ਜੋ ਇਨਵਾਈਟਡ ਕੌਮਾਸ ਦੇ ਵਿੱਚ ਹੁੰਦਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਰਿਪੋਰਟਿੰਗ ਸਪੀਚ। ਆ ਤੁਸੀਂ ਬੌਦਰ ਨਹੀਂ ਕਰਨਾ ਹਲੇ ਕਿ ਇੱਥੇ ਇਹ ਰੂਲ ਕੀ ਲੱਗੇ ਹਨ, ਉਸ ਦੇ ਬਾਰੇ ਵਿੱਚ ਸਾਡਾ ਹਲੇ ਕੋਈ ਇਸ ਤਰ੍ਹਾਂ ਦੀ ਤੁਹਾਡੀ ਅਟੈਂਸ਼ਨ ਨਹੀਂ ਹੋਣੀ ਚਾਹੀਦੀ ਗੀ। ਬਟ ਤੁਹਾਨੂੰ ਪਹਿਲਾਂ ਬੇਸਿਕਲੀ ਇਸ ਦੀ ਜਿਹੜੀ ਡੈਫੀਨੇਸ਼ਨ ਹੈ, ਇਸ ਦੇ ਪਾਰਟਸ ਨੂੰ ਕੀ ਕਿਵੇਂ ਕਿਹਾ ਜਾਂਦਾ ਹੈ, ਉਸ ਨੂੰ ਅਸੀਂ ਕਹਿੰਦੇ ਹੈਗੇ। ਮੈਂ ਇੱਕ ਵਾਰੀ ਫਿਰ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰ ਦਿੰਦਾ ਹਾਂ, ਕਿਉਂਕਿ ਅਸੀਂ ਅਗਲੀਆਂ ਵੀਡੀਓਜ਼ ਦੇ ਵਿੱਚ ਇਸ ਨੂੰ ਰੂਲ ਰੈਗੂਲੇਸ਼ਨਸ ਨੂੰ ਲੈ ਕੇ ਪੂਰੀ ਤਰ੍ਹਾਂ ਐਕਸਪਲੇਨ ਕਰਾਂਗੇ ਕਿ ਅਸੀਂ ਅੱਜ ਜੋ ਸਟਾਰਟ ਕੀਤਾ ਹੈ ਦੈਟ ਇਜ਼ ਆ ਨਰੇਸ਼ਨ, ਡਾਇਰੈਕਟ, ਇਨਡਾਇਰੈਕਟ ਸਪੀਚ। ਸੋ ਇਸ ਕਰਕੇ ਅਸੀਂ ਇਸ ਨੂੰ ਕਹਿੰਦੇ ਹੈਗੇ। ਤੇ ਨੈਕਸਟ ਸਾਡੇ ਕੋਲ ਹੁੰਦਾ ਹੈਗਾ, ਇਸ ਦੇ ਵਿੱਚ ਦੋ ਪੋਰਸ਼ਨ ਹੁੰਦੇ ਹਨ, ਇੱਕ ਹੈ ਡਾਇਰੈਕਟ ਸਪੀਚ, ਇੱਕ ਹੈ ਇਨਡਾਇਰੈਕਟ ਸਪੀਚ। ਡਾਇਰੈਕਟ ਸਪੀਚ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਜਦੋਂ ਕੋਈ ਇੱਕ ਵਿਅਕਤੀ ਦੂਸਰੇ ਨੂੰ ਕੋਈ ਗੱਲ ਕਹਿੰਦਾ ਹੈ ਜਾਂ ਦੂਸਰੇ ਨੂੰ ਕੋਈ ਗੱਲ ਕਹਿੰਦਾ ਹੈ, ਦੈਟ ਇਜ਼ ਆ ਇਨਵਾਈਟਡ ਕੌਮਾਸ ਹੁੰਦਾ, ਉਸ ਨੂੰ ਅਸੀਂ ਕਹਿੰਦੇ ਡਾਇਰੈਕਟ ਸਪੀਚ। ਤੇ ਇਨਡਾਇਰੈਕਟ ਹੁੰਦਾ ਹੈਗਾ ਇਨਵਾਈਟਡ ਕੌਮਾਸ ਨੂੰ ਹਟਾ ਕੇ ਕੰਜੰਕਸ਼ਨ ਲਗਾ ਕੇ। ਆ ਮੈਂ ਤੁਹਾਡੇ ਕੋਲੇ ਐਗਜ਼ਾਮਪਲ ਨਾਲ ਇਸ ਨੂੰ ਐਕਸਪਲੇਨ ਕੀਤਾ ਹੈ। ਤਾਂ ਆਈ ਥਿੰਕ ਸੋ ਤੁਹਾਨੂੰ ਹੁਣ ਰਿਪੋਰਟਿੰਗ ਵਰਬ, ਇਸ ਨੂੰ ਅਸੀਂ ਆਉਣ ਵਾਲੇ ਵੀਡੀਓਜ਼ ਦੇ ਵਿੱਚ RV ਨਾਲ ਲਿਖਾਂਗੇ, ਇਸ ਨੂੰ ਅਸੀਂ ਸਿੰਬਲ ਵਰਤਾਂਗੇ ਜਿਸ ਦੇ ਲਈ RS। ਸੋ ਆਈ ਥਿੰਕ ਸੋ ਤੁਹਾਨੂੰ ਅੱਜ ਇਸ ਦੀ ਇੰਟਰੋਡਕਸ਼ਨ ਦੇ ਬਾਰੇ ਵਿੱਚ ਜ਼ਰੂਰ ਪਤਾ ਲੱਗ ਗਿਆ ਹੋਵੇਗਾ। ਬਾਕੀ ਆਪਾਂ ਅਗਲੀ ਜਿਹੜੀ ਵੀਡੀਓਜ਼ ਨੇ ਉਹਦੇ ਵਿੱਚ ਕਰਦੇ ਰਹਾਂਗੇ। ਅੱਜ ਲਈ ਇੰਨੀ। ਸੋ ਮਚ, ਥੈਂਕ ਯੂ।